सो मेरे कई भरावां दे खुरक बहुत होती है। ਇਹਦੀ ਕੋਈ ਦਵਾਈ ਨਹੀਂ ਹੈ ਪ੍ਰੋਪਰ। ਇਹ ਬਾਬਾ ਰਾਮਦੇਵ ਜੀ ਦਾ ਤੇਲ ਕੰਮ ਕਰਦਾ ਹੈ ਮੇਰੇ ਸਤਿਕਾਰਯੋਗ ਭਰਾਓ, ਜਿਹਨੂੰ ਆਪਾਂ ਪੰਜਾਬੀ ਚ ਉਦੋਂ ਕਹਿੰਦੇ ਸੀ ਚਲੂਣੇ ਲਾ। ਅਕਾਲੀ ਦਲ ਵਾਲਿਆਂ ਦੇ ਬਹੁਤ ਖੁਰਕ ਹੁੰਦੀ ਹੈ। ਸਾਰੇ ਬਾਦਲਾਂ ਨੇ ਜ਼ੋਰ ਲਾ ਲਿਆ, ਉਹ ਪੁਲ ਨਹੀਂ ਬਣਾ ਸਕੇ, ਕਈ ਵਾਰੀ ਤਾਂ ਨੀਂਹ ਪੱਥਰ ਵੀ ਰੱਖ ਦਿੱਤਾ ਗਿਆ। ਫਿਰ ਮੈਂ ਗਿੱਦੜਬਾਹ ਦਾ ਹਸਪਤਾਲ ਨੰਬਰ 1 ਬਣਾਇਆ। ਫਿਰ ਕਹਿਣਗੇ ਮੈਂ ਪਰ ਚਲੂਣਿਆਂ ਦਾ ਕੋਈ ਇਲਾਜ ਨਹੀਂ ਹੈ, ਰਾਮਦੇਵ ਦਾ ਤੇਲ ਹੀ ਹੈ। ਮਰਗ ਦੇ ਭੋਗ ਤੇ ਜਿੱਥੇ ਮੈਨੂੰ ਲੱਗਦਾ ਮੈਂ ਇੰਨਾ ਕੁਝ ਦਿੱਤਾ ਹੈ, ਉੱਥੇ ਨਹੀਂ ਫੋਟੋ ਖਿਚਾਈ ਤੇ ਤੁਸੀਂ ਉੱਥੇ ਲੱਖ ਰੁਪਏ ਦੀ ਫੋਟੋ ਸਾਰਾ ਟੱਬਰ ਖਿਚਾਉਣ ਲੱਗ ਪਏ। ਅਕਾਲੀ ਦਲ ਵਾਲਿਓ ਤੇ ਮੈਨੂੰ ਕਹਿੰਦੇ ਹੋ ਵੀ ਤੁਸੀਂ ਬਈ ਇਹਨੂੰ ਫੋਟੋ ਖਿਚਾਉਣ ਦਾ ਬਹੁਤ ਸ਼ੌਂਕ ਹੈ। ਇੱਕ ਯਾਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਬਾਬਾ ਰਾਮਦੇਵ ਜੀ ਹੈ ਨਾ, ਬਾਬਾ ਰਾਮਦੇਵ ਜੀ, ਉਹਨਾਂ ਨੇ ਇੱਕ ਬਹੁਤ ਵਧੀਆ ਦੇਸੀ ਆਰਗੈਨਿਕ ਤੇਲ ਬਣਾਇਆ। ਤੇਲ ਸੋ ਤੇਲ ਕਈ ਵਾਰੀ ਬਚਪਨ ਚ ਜਦੋਂ ਜਾਂ ਵਾਧਾ ਹਜਮੀ ਹੋ ਜਾਂਦੀ ਹੈ ਨਾ ਬੰਦੇ ਨੂੰ, ਜ਼ਿਆਦਾ ਮਿਰਚਾਂ ਮੁਰਚਾਂ ਖਾ ਲੈਂਦਾ ਬੰਦਾ, ਤਾਂ ਉਹਦਾ ਕੋਈ ਪ੍ਰੋਪਰ ਮੈਡੀਸਨ ਨਹੀਂ ਹੈ ਕੋਈ। ਜਾਂ ਕਿਸੇ ਤੋਂ ਘਬਰਾਹਟ ਹੁੰਦੀ ਹੋਵੇ, ਡਰ ਲੱਗਦਾ ਹੋਵੇ, ਵੱਧ ਹਾਜ਼ਮੀ ਹੋ ਜੇ, ਮਿਰਚਾਂ ਜ਼ਿਆਦਾ ਖਾ ਲੇ, ਇਹਦੀ ਕੋਈ ਦਵਾਈ ਨਹੀਂ ਹੈ ਪ੍ਰੋਪਰ। ਇਹ ਬਾਬਾ ਰਾਮਦੇਵ ਜੀ ਦਾ ਤੇਲ ਕੰਮ ਕਰਦਾ ਹੈ ਮੇਰੇ ਸਤਿਕਾਰਯੋਗ ਭਰਾਓ, ਜਿਹਨੂੰ ਆਪਾਂ ਪੰਜਾਬੀ ਚ ਉਦੋਂ ਕਹਿੰਦੇ ਸੀ ਚਲੂਣੇ ਲੜ ਗਏ, ਚਲੂਣੇ ਲੜਦੇ ਹੈ, ਖੁਰਕ ਹੋ ਜਾਂਦੀ ਹੈ। ਸੋ ਮੇਰੇ ਕਈ ਭਰਾਵਾਂ ਦੇ ਖੁਰਕ ਬਹੁਤ ਹੁੰਦੀ ਹੈ। ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਉਹ ਸਾਰੇ ਬਾਬਾ ਰਾਮਦੇਵ ਜੀ ਦਾ ਤੇਲ ਵਰਤਨ। ਅਕਾਲੀ ਦਲ ਵਾਲਿਆਂ ਦੇ ਬਹੁਤ ਖੁਰਕ ਹੁੰਦੀ ਹੈ, ਪਤਾ ਨਹੀਂ ਕਿਉਂ। ਮੈਨੂੰ ਵੇਖ ਕੇ ਤੇ ਸੁਣ ਕੇ ਤਾਂ ਫਿਰ ਕੰਮ ਖਰਾਬ ਹੋ ਜਾਂਦਾ ਹੈ। ਮੈਨੂੰ ਕੱਲ ਪਰਸੋਂ ਕਿਸੇ ਨੇ ਦੱਸਿਆ ਕਿ ਕਈ ਵਿਅਕਤੀਆਂ ਨੇ ਸਵਾਲ ਚੁੱਕੇ ਕਿ ਰਾਜਾ ਵੜਿੰਗ ਮੈਂ ਨਹੀਂ ਕਹਿੰਦਾ, ਅਸੀਂ ਕਦੇ ਮੈਂ ਵੀ ਨਿਕਲ ਜਾਂਦਾ ਹੋਣਾ। ਆਕਸੀਜਨ ਪਲਾਂਟ ਦੀ ਗੱਲ ਸੀ, ਮੈਂ ਅੱਜ ਤੋਂ 7 ਦਿਨ ਪਹਿਲਾਂ ਲਾਈਵ ਕੀਤਾ ਸੀ, ਤੁਸੀਂ ਮੇਰੇ ਫੇਸਬੁੱਕ ਤੇ ਚੈੱਕ ਕਰ ਲਓ, ਜਿਹਦੇ ਚ ਮੈਂ ਕਿਹਾ ਸੀ ਕਿ ਮੇਰੇ ਸਤਿਕਾਰਯੋਗ ਮਾਮਾ ਜੀ ਨੂੰ ਬੇਨਤੀ ਕੀਤੀ ਹੈ, ਉਹ ਕਹਿੰਦੇ ਆਕਸੀਜਨ ਪਲਾਂਟ ਵਾਸਤੇ, ਤੇ ਉਹਨਾਂ ਨੇ ਕਿਹਾ ਕਿ ਮੈਂ ਲਾਵਾਂਗਾ। ਤੇ ਮੈਂ ਇਹ ਵੀ ਕਿਹਾ ਸੀ ਮੈਂ ਉਹਦੇ ਤੁਹਾਨੂੰ ਨਾਮ ਦੱਸਾਂਗਾ, ਮੈਂ ਨਹੀਂ ਕਿਹਾ ਸੀ ਮੈਂ ਲਾ ਰਿਹਾ। ਤੇ ਅੱਜ ਉਹ ਅਸੀਂ ਲਵਾਤਾ, ਅੱਜ ਉਹਨਾਂ ਦਾ ਧੰਨਵਾਦ ਵੀ ਕੀਤਾ ਆਪਾਂ, ਸ਼੍ਰੀ ਅਜੇ ਸੇਤੀਆ ਜੀ ਦਾ, ਜਿਨ੍ਹਾਂ ਦਾ ਮੇਰੇ ਨਾਲ ਘੱਟੋ ਘੱਟ 30 ਸਾਲ ਪੁਰਾਣਾ ਰਿਸ਼ਤਾ ਹੈ। ਮਾਮਾ ਜੀ ਗੁਰਚਰਨ ਕਰਕੇ, ਹਰਚਰਨ ਕਰਕੇ, ਬਚਪਨ ਤੋਂ ਪਰਿਵਾਰਕ ਸਾਂਝ ਹੈ। ਚਲੋ ਇਹਨਾਂ ਨੇ ਆਖਿਆ ਕਿ ਮਗਰ ਰਹਿ ਗਏ, ਕੋਈ ਨਾ ਕੋਈ ਬਹਾਨਾ ਬਣਾ ਕੇ ਅਸੀਂ ਏਦਾਂ ਕਰੀਏ ਤੇ ਅਸੀਂ ਕਵਾਂਗੇ ਬਈ ਇਹ ਤਾਂ ਰਾਜਾ ਵੜਿੰਗ ਤਾਂ ਕੁਝ ਕਰ ਹੀ ਨਹੀਂ ਰਿਹਾ। ਚਲੋ ਆਕਸੀਜਨ ਪਲਾਂਟ ਦੀ ਗੱਲ ਛੱਡ ਦਿਓ ਬਾਈ ਜੀ, ਇਹ ਆਪਾਂ ਕਹਿ ਦਿੰਦੇ ਆ ਤੁਸੀਂ ਲਵਾਇਆ, ਹੋਰ ਦੱਸੋ। ਤੁਹਾਡੇ ਕਰੀਬੀ ਦੋਸਤ ਹੈ ਤਾਂ ਤੁਸੀਂ, ਤੁਹਾਡਾ ਧੰਨਵਾਦ ਕਰ ਦਿੰਦੇ ਆ, ਤੁਸੀਂ ਲਵਾਇਆ। ਪਰ ਬਾਈ ਜੀ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਗਿੱਦੜਬਾਹ ਵਾਲਿਓ, ਇਹਨਾਂ ਨੂੰ ਜ਼ਰਾ ਦੱਸੋ ਕਿ 45 ਕਰੋੜ ਦੀ ਲਾਗਤ ਨਾਲ ਗਿੱਦੜਬਾਹ ਸਾਰੇ ਬਾਦਲਾਂ ਨੇ ਜ਼ੋਰ ਲਾ ਲਿਆ, ਉਹ ਪੁਲ ਨਹੀਂ ਬਣਾ ਸਕੇ, ਕਈ ਵਾਰੀ ਤਾਂ ਨੀਂਹ ਪੱਥਰ ਵੀ ਰੱਖ ਦਿੱਤਾ ਗਿਆ। ਉਹਦਾ ਟੈਂਡਰ ਹੋ ਗਿਆ, ਟੈਂਡਰ PWD ਨੇ ਟੈਂਡਰ ਟ੍ਰਿਬਿਊਨ ਚ ਛਪ ਗਿਆ, ਟੈਂਡਰ ਅਲਾਟ ਹੋ ਗਿਆ, ਏਜੰਸੀ ਨੂੰ ਮਿਲ ਗਿਆ।
ਤੁਹਾਡੇ ਗਿੱਦੜਬਾਹ ਦਾ ਹੀ ਮੁੰਡਾ ਬੱਬਰ PWD 'ਚ ਲੱਗਿਆ, ਉਹਨੂੰ ਜ਼ਰਾ ਪੁੱਛ ਲਓ, ਜਿੰਨੇ PWD ਦੇ ਮੁਲਾਜ਼ਮ ਹੈ ਉਹਨਾਂ ਨੂੰ ਪੁੱਛ ਲਓ ਕਿ ਇਹ ਗੱਲ ਸਹੀ ਹੈ ਕਿ 45 ਕਰੋੜ ਦਾ ਹੈ ਕਿ ਨਹੀਂ ਹੈ। ਇਹ ਮੈਨੂੰ ਲੱਗਦਾ ਅਕਾਲੀ ਦਲ ਨੇ ਬਣਾਤਾ ਹੋਣਾ ਹੈ। ਫਿਰ ਬਾਈ ਜੀ 18 ਕਰੋੜ ਰੁਪਏ ਦੀਆਂ ਕਚਹਿਰੀਆਂ ਗਿੱਦੜਬਾਹ ਦੀਆਂ, ਜਿਹੜੀਆਂ 70% ਕੰਪਲੀਟ ਹੋ ਚੁੱਕੀਆਂ, ਉਹ ਮੈਂ ਤੇ ਸਾਡੀ ਸਰਕਾਰ ਤੇ ਗਿੱਦੜਬਾਹ ਦੇ ਲੋਕ ਲੈ ਕੇ ਆਏ। ਫਿਰ 18 ਕਰੋੜ ਦੀ ਲਾਗਤ ਨਾਲ ਮਲੋਟ ਰੋਡ ਤੇ ਹੁਸਨਰ ਪਿੰਡ ਦੀ ਜ਼ਮੀਨ ਸੜਕ ਦੇ ਉੱਤੇ ਸਰਕਾਰੀ ਕਾਲਜ ਬਣ ਰਿਹਾ ਹੈ। ਮੈਂ ਤਾਂ ਅਜੇ ਕਿਤੇ ਦੱਸਿਆ ਨਹੀਂ, ਨੀਂਹ ਪੱਥਰ ਹੀ ਨਹੀਂ ਰੱਖੇ, ਅਜੇ ਰੱਖਣੇ ਹੈ। ਉਹ 80% ਕੰਪਲੀਟ ਹੋ ਚੁੱਕਿਆ ਹੈ, 80%। ਫਿਰ ਮੈਂ 6 ਕਰੋੜ ਦੀ ਲਾਗਤ ਨਾਲ ਜੱਚਾ ਬੱਚਾ ਸੈਂਟਰ, ਮਦਰ ਐਂਡ ਚਾਈਲਡ ਕੇਅਰ ਸੈਂਟਰ ਆਪਣੇ ਹਸਪਤਾਲ 'ਚ ਲੈ ਕੇ ਆਇਆ ਹੈ, ਉਹ 80% ਕੰਪਲੀਟ ਹੋ ਚੁੱਕਿਆ ਹੈ। ਫਿਰ ਮੈਂ ਗਿੱਦੜਬਾਹ ਦਾ ਹਸਪਤਾਲ ਨੰਬਰ 1 ਬਣਾਇਆ। ਫਿਰ ਕਹਿਣਗੇ ਮੈਂ ਪਰ ਚਲੂਣਿਆਂ ਦਾ ਕੋਈ ਇਲਾਜ ਨਹੀਂ ਹੈ, ਰਾਮਦੇਵ ਦਾ ਤੇਲ ਹੀ ਹੈ। ਤੇ ਜੇ ਉਹ ਨਾ ਮਿਲੇ ਬਾਈ ਜੀ ਦੱਸ ਦਿਓ, ਜੋ ਮੈਂ ਲੈ ਕੇ ਭੇਜ ਦੂੰਗਾ। ਹਾਂ, ਕਿਉਂਕਿ ਬਾਈ ਜੀ ਹੋਰ ਕੁਝ ਖਾ ਲਓਗੇ ਦਵਾਈ, ਉਹਦੇ ਨਾਲ ਸਵਾਦ ਨਹੀਂ ਆਉਣਾ। ਪਰ ਮੇਰੀ ਬੇਨਤੀ ਹੈ, ਇਹਦੇ ਡੱਬੇ ਡੁੱਬੇ ਅਸੀਂ ਪ੍ਰੋਵਾਈਡ ਕਰਾ ਦਿਆਂਗੇ। ਮੈਂ ਰਾਮਦੇਵ ਜੀ ਨੂੰ ਆਰਡਰ ਦੇ ਦਿੰਦਾ ਤੇ ਤੁਹਾਨੂੰ ਘਰ ਘਰ ਸਪਲਾਈ ਕਰ ਦਿਆਂਗੇ। ਫਿਰ ਬਾਈ ਜੀ ਗਿੱਦੜਬਾਹ ਦਾ ਨੰਬਰ 1 ਹਸਪਤਾਲ, ਉਹਨੂੰ ਨੰਬਰ 1 BJP ਦੀ ਸਰਕਾਰ ਨੇ ਬਣਾਇਆ ਤੇ 15 ਲੱਖ ਦਾ ਸਾਨੂੰ ਇਨਾਮ ਦਿੱਤਾ। ਫਿਰ ਬਾਈ ਮੈਂ ਕੁਮਾਰੀ ਸ਼ੈਲਜਾ ਤੋਂ 25 ਲੱਖ ਦੀ ਐਂਬੂਲੈਂਸ ਲੈ ਕੇ ਆਇਆ, 25 ਲੱਖ ਦੀ, ਜਿਹਦੇ 'ਚ ਵੈਂਟੀਲੇਟਰ ਵੀ ਲੱਗਿਆ, ਗਿੱਦੜਬਾਹ 'ਚ ਖੜੀ ਹੈ। ਫਿਰ ਬਾਈ ਜੀ ਗਿੱਦੜਬਾਹ 'ਚ ਇੱਕ ਗੁਰੂ ਗੋਬਿੰਦ ਸਿੰਘ ਜੀ ਆਏ ਸੀ, ਸਾਡੇ ਪਿਓਰੀ ਵਾਲੇ ਫਾਟਕ ਤੇ, ਇਤਿਹਾਸਿਕ ਜਗ੍ਹਾ ਹੈ। ਉੱਥੇ ਬੜਾ ਗੰਦ ਹੁੰਦਾ ਸੀ, ਜਦੋਂ ਸੁਖਬੀਰ ਬਾਦਲ ਟੱਪਦਾ ਸੀ ਪਰਦੇ ਲਾ ਦਿੰਦੇ ਸੀ, ਪਰਦੇ ਦੇ ਵਿੱਚ ਜੇ ਇਹ ਵੀ ਕਿਹਾ ਗਿਆ ਸੀ ਵੀ ਫਲਾਣੇ ਦਾ ਬੁੱਤ ਬਣਾ ਦਿੰਦੇ ਆ ਤੇ ਸਾਨੂੰ ਇਹ ਜਗ੍ਹਾ, ਮੈਂ ਉੱਥੇ ਫਿਰ ਮੈਂ ਕਹਿਣਗੇ ਮੈਂ ਉੱਥੇ ਪਾਰਕ ਬਣਾਇਆ 3.5 ਕਿੱਲਿਆਂ 'ਚ, ਜਾ ਕੇ ਚੈੱਕ ਕਰੋ। ਫਿਰ ਅਸੀਂ ਉਹ ਆਸ਼ਰਮ ਨੂੰ ਇੱਕ ਵੈਨ ਦਿੱਤੀ ਅੰਬਿਕਾ ਸੋਨੀ ਤੋਂ ਲਿਆ ਕੇ, ਜਿਹੜੀ ਸ਼ਵ ਵੈਨ ਹੈ, ਜਿਹਦੇ 'ਚ ਡੈਡ ਬਾਡੀ ਲੈ ਕੇ ਜਾਂਦੇ ਆ, ਜਿਹੜਾ ਪਿੰਡ ਵਾਲੇ ਪਾਸੇ ਆਸ਼ਰਮ ਹੈ। ਫਿਰ ਬਾਈ ਜੀ ਆਪਾਂ ਪ੍ਰਾਈਵੇਟ ਬੱਸਾਂ ਆ ਚਲੂਣੇ ਜਿਨ੍ਹਾਂ ਦੇ ਲੜਦੇ ਆ, ਪ੍ਰਾਈਵੇਟ ਬੱਸ ਚੱਲਦੀਆਂ ਸੀ। 4 ਬੱਸਾਂ ਆਪਾਂ ਸਰਕਾਰੀ ਚਲਾਈਆਂ, ਜਿਹੜੀ ਮਾਤਾ ਚਿੰਤਪੁਰਨੀ ਨੂੰ, ਜਲੰਧਰ ਨੂੰ, ਅੰਮ੍ਰਿਤਸਰ ਨੂੰ, ਚੰਡੀਗੜ੍ਹ ਨੂੰ 2 ਚਲਾਈਆਂ। ਉਹ ਤੁਹਾਡੀ ਕਿਰਪਾ ਨਾਲ ਆਪਾਂ ਚਲਾਈਆਂ। ਫਿਰ ਆਪਾਂ 22 ਕਰੋੜ ਰੁਪਇਆ ਕੱਲਾ ਗਿੱਦੜਵੇ ਦੇ ਸੀਵਰੇਜ ਤੇ ਲਾਇਆ। RTI ਪਾ ਲਓ ਬਾਈ ਜੀ, ਤੇ RTI ਪਾ ਕੇ ਜ਼ਰਾ ਦੱਸ ਦਿਓ 22 ਤੋਂ ਪਲੱਸ ਲੱਗਿਆ ਹੋਣਾ, ਘੱਟ ਨਹੀਂ ਲੱਗਿਆ ਹੋਣਾ ਸੀਵਰੇਜ ਤੇ ਵਾਟਰ ਵਰਕਸ ਨੂੰ 4.5 ਸਾਲਾਂ 'ਚ ਬਾਈ ਜੀ, 4.5 ਸਾਲਾਂ 'ਚ। ਫਿਰ ਬਾਈ ਜੀ LED ਲਾਈਟਾਂ ਲਾਈਆਂ, ਜਿਹੜੀ ਤੁਸੀਂ ਇੱਕ ਵੀ ਨਹੀਂ ਲਾਈ ਕਿਤੇ, ਉਹ ਵੀ 45 ਤੋਂ 50 ਲੱਖ ਦੀਆਂ LED ਲਾਈਟਾਂ ਲਾਈਆਂ। ਫਿਰ ਬਾਈ ਜੀ ਮਿਊਨਿਸਪਲ ਕਮੇਟੀ 'ਚ ਟਰੈਕਟਰ ਨਹੀਂ ਸੀਗਾ, ਜਰਾ ਚੈੱਕ ਕਰ ਲਓ, RTI ਪਾ ਲਓ, ਕੋਈ ਗਿੱਦੜਬਾਹ ਦਾ ਬੰਦਾ ਪਾ ਲੇ। ਉਹ ਬਾਈ ਜੀ ਆਪਾਂ ਅੱਜ ਉੱਥੇ ਜੈਟਿੰਗ ਮਸ਼ੀਨ ਹੈ 45 ਲੱਖ ਰੁਪਏ ਦੀ ਮੈਂ ਲੈ ਕੇ ਆਇਆ, ਤੇ 5 ਮਸ਼ੀਨਸ ਤੇ ਮਸ਼ੀਨਰੀ, ਡੋਜ਼ਰ ਜਿਹੜੇ ਉਹ ਕੂੜਾ ਚੱਕਣ ਵਾਲੇ, ਉਹ ਆਪਾਂ ਬਾਈ ਜੀ ਇਕੱਲੇ ਗਿੱਦੜਬਾਹ ਸ਼ਹਿਰ ਵਾਸਤੇ ਲੈ ਕੇ ਆਏ। ਫਿਰ ਬਾਈ ਜੀ ਆਪਾਂ ਇੱਕ ਧਰਮਸ਼ਾਲਾ ਬਣਾਈ ਆ। ਹੁਣ ਜਾ ਕੇ ਦੇਖੋ, ਜਿਹੜੇ ਸਰਦਾਰਾਂ ਦੇ ਘਰੇ ਇਹਨਾਂ ਦੇ AC ਲੱਗੇ ਆ ਨਾ, ਉਹ ਜਨਰਲ ਦੇ, ਉਹ ਕੈਸੇਟ AC ਲਾਏ ਆ, ਜਿਹੜੀ ਲੋਕਾਂ ਨੂੰ ਸਪੁਰਦ ਕਰ ਦੇਣੀ ਆ। ਉਹ 90% ਕੰਪਲੀਟ ਹੋ ਚੁੱਕੀ ਹੈ, ਕੋਈ 10 ਕੁ ਦਿਨ ਜਾਂਦੇ ਆ। ਫਿਰ ਆਪਾਂ ਬਾਈ ਜੀ ਜਮਾਬੰਦੀ ਦੇ ਮਗਰ ਪਏ, ਜਮਾਬੰਦੀ ਜਿਹੜੀ ਗਿੱਦੜਬਾਹ 'ਚ ਜਮਾਬੰਦੀ ਹੈ ਨਹੀਂ ਸੀ, ਉਹਨੂੰ ਬਾਈ ਜੀ ਕੰਪਲੀਟ ਕਰਾ ਕੇ ਉਹਨੂੰ ਸਿਰੇ ਲਾਇਆ। ਹੌਲੀ ਹੌਲੀ ਹੁਣ ਥੋੜਾ ਜਿਹਾ ਕੰਮ ਰਹਿ ਗਿਆ ਉਹਦਾ, ਉਹ ਲੋਕਾਂ ਨੂੰ ਹੁਣ ਜਮਾਬੰਦੀ ਮਿਲਣ ਲੱਗ ਪਈ। ਇਹ ਇਕੱਲੇ ਗਿੱਦੜਬਾਹ ਦੇ ਕੰਮ ਹੈ। ਹੁਣ ਇਹ ਕਹਿਣਗੇ ਨੈਸ਼ਨਲ ਹਾਈਵੇ
ਨੈਸ਼ਨਲ ਹਾਈਵੇ ਇਹਨਾਂ ਨੇ ਰੋਕਿਆ ਹੋਇਆ ਸੀ, ਜਿਹੜੀ ਵੱਡੀ ਸੜਕ ਹੈ ਕਿਉਂਕਿ ਸਰਦਾਰਾਂ ਦਾ ਇੱਧਰ ਉੱਧਰ ਹੁੰਦਾ ਸੀ, ਉਹ ਮੈਂ ਮਗਰ ਪੈ ਕੇ ਉਹਨੂੰ ਆਉਣ 'ਚ ਉਪਰਾਲਾ ਕੀਤਾ। ਸੋ ਇਹ ਸਾਰੇ ਕੰਮ ਬਾਈ ਜੀ, ਆ ਕੋਟ ਭਾਈ ਸਟੇਡੀਅਮ ਬਣਾਉਣ ਦਾ ਕੰਮ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ, ਹਜੇ ਮੈਨੂੰ ਚੇਤੇ ਨਹੀਂ ਕਈ ਕੰਮ, ਸਾਰੀਆਂ ਧਰਮਸ਼ਾਲਾ ਸੰਸਥਾਵਾਂ ਨੂੰ, ਸਕੂਲਾਂ ਨੂੰ ਹੈਦਰਾਬਾਦ ਤੋਂ ਪੈਸੇ ਲਿਆਇਆ ਬਾਈ। DAV ਜਿਹੜਾ ਕੁੜੀਆਂ ਵਾਲਾ ਸਕੂਲ ਹੈ, ਇਹ ਰੁਪਿਆ ਲੱਖ ਦਿੰਦੇ ਸੀ, ਸਰਵ ਸਿੱਖਿਆ ਅਭਿਆਨ ਦਾ ਪੈਸਾ ਆਉਂਦਾ ਸੀ ਤੇ ਪੱਥਰ ਵੱਡਾ ਲਾਉਂਦੇ। ਹੈਦਰਾਬਾਦ ਚੋਂ ਪੈਸੇ ਲਿਆਇਆ ਬॉयਜ਼ ਸਕੂਲ ਵਾਸਤੇ, ਕੁੜੀਆਂ ਦੇ ਸਕੂਲ ਵਾਸਤੇ। ਫਿਰ ਕੁੜੀਆਂ ਜਿਹੜੀਆਂ ਜਿੰਨੀਆਂ ਵੀ ਧਰਮਸ਼ਾਲਾ ਉਹਨਾਂ ਵਾਸਤੇ, ਹਨੂਮਾਨ ਧਰਮਸ਼ਾਲਾ ਜੀ, ਅਕਾਲੀ ਦਲ ਦੇ ਪ੍ਰਧਾਨ ਉੱਥੇ ਲਿਲੀ ਜੀ ਪ੍ਰਧਾਨ ਹੈ ਜਿਹੜੇ, ਉਹਨਾਂ ਨੂੰ ਪੁੱਛ ਲਓ ਕਿੰਨੇ ਪੈਸੇ ਦਿੱਤੇ ਆ। 14 ਤੋਂ 15 ਲੱਖ ਰੁਪਇਆ, 13-14 ਲੱਖ ਰੁਪਇਆ ਆਪਾਂ ਉਹ ਦਿੱਤਾ। ਤੇ ਜਿਹੜੀਆਂ ਬਾਈ ਜੀ ਗਿੱਦੜਵੇ ਦੀਆਂ ਸੜਕਾਂ, ਗਲੀਆਂ, ਬਾਜ਼ਾਰ ਬਣਾਏ ਐ, ਉਹਨਾਂ ਦਾ ਤਾਂ ਮੈਂ ਨਾਂ ਹੀ ਨਹੀਂ ਲੈਂਦਾ, ਉਹ ਤਾਂ ਬਾਅਦ ਦੀ ਗੱਲ ਹੈ। ਅੱਜ ਗਿੱਦੜਵਾ ਦੇ ਹਸਪੀਟਲ 'ਚ ਬਾਈ ਜੀ 80 ਬੰਦਿਆਂ ਦੀ ਗੋਡਿਆਂ ਦੀ ਸਰਜਰੀ ਹੋ ਗਈ। ਇਹ ਹੁਣ ਕਹਿਣਗੇ ਵੀ ਉਹ ਤਾਂ ਸਾਡੀ ਸਰਕਾਰ 'ਚ ਡਾਕਟਰ ਭਰਤੀ ਹੋਇਆ ਸੀ ਅੱਜ ਤੋਂ 25 ਸਾਲ ਪਹਿਲਾਂ। ਸੋ ਇਹਦਾ ਮੇਰੇ ਕੋਲ ਤਾਂ ਕੋਈ ਹੱਲ ਨਹੀਂ ਨਾ ਬਾਈ ਜੀ, ਪਰ ਮੇਰੇ ਕੋਲ ਤਾਂ ਇੱਕ ਹੀ ਹੱਲ ਹੈ ਕਿ ਇਹ ਤੇਲ ਬਾਬਾ ਰਾਮਦੇਵ ਜੀ ਦਾ ਮੈਂ ਲਿਆ ਕੇ ਦੇ ਸਕਦਾ, ਹੋਰ ਮੇਰੇ ਕੋਲੋਂ ਕੋਈ ਹੱਲ ਨਹੀਂਗਾ। ਬਾਬਾ ਰਾਮਦੇਵ ਜੀ ਦਾ ਤੇਲ ਚਾਹੀਦਾ ਹੋਵੇ ਤਾਂ ਉਹ ਮੈਂ ਲਿਆ ਕੇ ਦੇ ਸਕਦਾ। ਅੱਜ ਕਦੇ ਮੁਕਤਸਰ ਵਾਲਿਆਂ ਦੇ ਕੋਈ ਹੋ ਜਾਂਦਾ, ਕਦੇ ਇੱਧਰ ਹੋ ਜਾਂਦਾ। ਅੱਜ ਉਹ ਕਹਿੰਦੇ ਵੀ ਬਾਈ ਇਹਨਾਂ ਨੇ ਤਾਂ ਕੇਂਦਰ ਦਾ ਜਿਹੜਾ ਉੱਥੇ ਉਦਘਾਟਨ ਕਰਤਾ ਹਸਪਤਾਲ ਦੇ, ਉਹਦਾ ਕੇਂਦਰ ਦਾ ਪੈਸਾ ਕੋਈ ਉੱਤੋਂ ਆਇਆ। ਕਾਂਗਰਸ ਹਰ ਕਨਸਟੀਟਿਊਸ਼ਨ ਦੇ ਮੁਤਾਬਕ ਹਰ ਸਟੇਟ ਦਾ ਹਿੱਸਾ ਹੈ ਸੈਂਟਰ, ਔਰ ਸਾਰੀਆਂ ਸਟੇਟਾਂ 'ਚੋਂ ਪੈਸਾ ਸੈਂਟਰ 'ਚ ਜਾਂਦਾ ਹੈ ਤੇ ਸੈਂਟਰ ਉਦੋਂ ਬਾਅਦ ਆਪਦੀ ਮਨਮਰਜ਼ੀ ਨਾਲ ਨੈਸ਼ਨਲ ਹਾਈਵੇ ਵਾਸਤੇ, ਹੋਰ ਕੰਮਾਂ ਵਾਸਤੇ ਪੈਸਾ ਦਿੰਦਾ ਹੈ। ਕੱਲ ਨੂੰ ਤਾਂ ਕਹਿ ਦਿਓਗੇ ਕਣਕ ਹੀ ਕੇਂਦਰ ਖਰੀਦਦਾ ਹੈ, ਸਾਡਾ ਹੱਕ ਹੈ ਉਹਨੂੰ ਖਰੀਦਣੀ ਹੈ, ਅਸੀਂ ਦੇਸ਼ ਦਾ ਅੰਨਦਾਤਾ ਹੈ। ਫਿਰ ਕੋਈ ਕਹਿ ਦੇਗਾ ਕਿ ਕੇਂਦਰ ਨੇ ਬਾਈ ਜੀ ਤੇਲ ਬੰਦ ਕਰ ਦਿੰਦੇ ਆ, ਕੋਵਿਡ ਸ਼ੀਲਡ ਉਹ ਦੇ ਰਿਹਾ ਇੰਜੈਕਸ਼ਨ। ਇਹ ਗੱਲ ਨਹੀਂ ਹੁੰਦੀ ਯਾਰ, ਬਚਕਾਨਾ ਗੱਲ ਨਹੀਂ ਕਰੀਦੀ ਹੁੰਦੀ ਦੋਸਤੋ। ਤੁਸੀਂ ਪੜ੍ਹੇ ਲਿਖੇ ਲੀਡਰ ਲੋਕ ਹੋ। ਕੇਂਦਰ ਕਨਸਟੀਟਿਊਸ਼ਨ ਦੇ ਮੁਤਾਬਕ ਸਟੇਟਾਂ ਚਲਾਉਂਦੀਆਂ ਕੇਂਦਰ, ਤੇ ਸਾਡਾ ਸਟੇਟਾਂ ਦਾ ਰੈਵਨਿਊ ਹੈ, ਸਾਡਾ ਸਟੇਟ ਸ਼ੇਅਰ ਹੈ, ਹਿੱਸਾ ਹੈ, ਉਹ ਦਿੰਦੀਆਂ ਤੇ ਅਸੀਂ ਉਹਨੂੰ ਲਾਉਣੇ ਹੈ। ਕਈ ਲੋਕ ਜਿਹੜੇ ਮੈਂਬਰ ਪੰਚਾਇਤ ਵੀ ਨਹੀਂ ਬਣੇ ਕਦੇ, ਮੈਂਬਰ ਪੰਚਾਇਤ, ਉਹ ਕਲੇਮ ਕਰਦੇ ਆਪਦੇ ਆਪ ਨੂੰ ਕਿ ਅਸੀਂ, ਸਾਡਾ ਪਾਰਟੀ, ਸਾਡਾ ਫਲਾਂ, ਇਹ ਉਹ। ਕੱਲ ਮੈਂ ਆਪਦੀ ਜਦੋਂ ਉੱਥੇ ਉਦਘਾਟਨ ਕੀਤਾ ਮੁਕਤਸਰ ਆਕਸੀਜਨ ਪਲਾਂਟ ਦਾ, ਉੱਥੇ ਨਿਤਨ ਗਡਕਰੀ ਜੀ ਦਾ ਵੀ ਧੰਨਵਾਦ ਕੀਤਾ ਵੀ ਚਲੋ ਸੋਚਿਆ ਉਹਨਾਂ ਨੇ, ਹਾਲਾਂਕਿ ਇਹ ਬਹੁਤ ਪਹਿਲਾਂ ਲੱਗ ਜਾਣਾ ਚਾਹੀਦਾ ਸੀ। ਫਿਰ ਉਹਨੂੰ ਬਿਜਲੀ ਕੌਣ ਦੇਗਾ? ਮੈਂ ਕਹੂੰਗਾ ਉਹ ਬਿਜਲੀ ਤੋਂ ਬਿਨਾਂ ਤਾਂ ਚੱਲੇਗਾ ਹੀ ਨਹੀਂ। ਹੁਣ ਪੰਜਾਬ ਸਰਕਾਰ ਬਿਜਲੀ ਦੇਗੀ, ਇਦਾਂ ਨਹੀਂ ਹੁੰਦਾ ਵੀ ਅਸੀਂ ਕੇਂਦਰ ਪਲਾਂਟ ਲਾ ਦਿੱਤੇ ਅਸੀਂ ਉਹਨੂੰ ਇਲੈਕਟ੍ਰਿਸਿਟੀ ਨਾ ਦਈਏ। ਸੋ ਇੱਕ ਕੰਬੀਨੇਸ਼ਨ ਨਾਲ ਕੰਮ ਚੱਲਦਾ, ਉਹ ਸਾਡਾ ਹੀ ਪੈਸਾ ਹੈ, ਉਹ ਸਾਨੂੰ ਮੋੜਦੇ ਆ। ਕੱਲ ਨੂੰ ਅਸੀਂ ਕਵਾਂਗੇ ਉਹ ਇੰਜੈਕਸ਼ਨਸ ਹੀ ਨਹੀਂ ਦਿੰਦੇ, ਹੋਰ ਨਹੀਂ ਦਿੰਦੇ, ਇਹ ਵੀ ਕੇਂਦਰ ਦੇ। ਤੇ ਮੋਦੀ ਦੀ ਫੋਟੋ ਬਣਾ ਦਿਓ ਖਾਂ ਟੀਕੇ ਤੇ, ਜਿਹੜਾ ਕੋਵਿਡ ਸ਼ੀਲਡ ਲਾਉਣੇ ਆ, ਉਹ ਲੋਕਾਂ ਦਾ ਰੈਵਨਿਊ ਹੈ, ਇਕੱਠਾ ਕਰਕੇ ਉਹ ਲਾ ਰਹੇ ਆ। ਸੋ ਇਹ ਜਿਹੜੇ ਕੰਮ ਹੈ ਸਰਕਾਰਾਂ ਕਰਦੀਆਂ ਹੁੰਦੀਆਂ ਤੇ ਉਹ ਅਸੀਂ ਕੀਤੇ ਹੈ ਮੇਰੇ ਸਤਿਕਾਰਯੋਗ ਭਰਾਓ। ਸੋ ਇਹਨਾਂ ਦਾ ਬੱਸਾਂ ਵਾਲਿਆਂ ਆ ਬਾਦਲ ਦੀਆਂ ਬੱਸਾਂ ਦਾ ਕਰੋੜਾਂ ਰੁਪਇਆ ਮਾਫ ਕਰਤਾ। ਮੈਂ ਤਾਂ ਇਸ ਗੱਲ ਦਾ ਵਿਰੋਧ ਕੀਤਾ, ਮੈਂ ਵਿਰੋਧ ਕੀਤਾ ਖਜ਼ਾਨਾ ਮੰਤਰੀ ਦਾ ਵੀ ਇਸ ਗੱਲ ਦਾ ਕਿ ਭਾਈ ਇਹ ਅਮੀਰ ਲੋਕਾਂ ਦਾ ਟੈਕਸ ਨਹੀਂ ਮਾਫ ਹੋਣਾ ਚਾਹੀਦਾ ਸੀ। ਤੁਸੀਂ ਤਾਂ ਉਹ ਵੀ ਕਰਾ ਲਿਆ, ਤੁਸੀਂ ਕਹੋ ਹੋਰ ਸਾਡਾ ਕੀ ਕੀਤਾ? ਇਹ ਵੀ ਸਰਕਾਰ ਨੇ ਕੀਤਾ। ਦੱਸ ਦਿਓ ਬੋਲ ਕੇ ਜੇ ਬੱਸਾਂ ਦਾ ਟੈਕਸ ਕਹਦੇ ਸੁਖਬੀਰ ਸਿੰਘ ਬਾਦਲ ਕੀ ਨਹੀਂ ਕੀਤਾ 1 ਸਾਲ ਦਾ ਮਾਫ, ਕੋਈ ਕਹਦੇ ਬੱਸ ਵਾਲਾ 1 ਸਾਲ ਦਾ, ਹਾਲਾਂਕਿ ਕਿਸੇ ਗਰੀਬ ਨੂੰ ਨਹੀਂ ਕੁਝ ਮਾਫ ਹੋਇਆ। ਇਹ ਪਤਾ ਨਹੀਂ ਕਿਵੇਂ ਮਾਫ ਹੋ ਗਿਆ। ਚਲੋ ਸਾਰੇ ਤੁਸੀਂ ਕਈ ਗੱਲਾਂ ਜਾਣਦੇ ਹੋ ਇੱਧਰ ਉੱਧਰ। ਦੂਜਾ ਦੋਸਤੋ, ਆ ਕੱਲ ਪਰਸੋਂ ਸ਼ਰਾਬ ਦੀ ਫੈਕਟਰੀ ਫੜੀ ਗਈ ਉੱਥੋਂ, ਜਿਹੜੀਆਂ ਬੜੀ ਸ਼ਰਾਬ, ਲੇਬਲਸ, ਢੱਕਣ, ਜਾਣੀ ਕਿ ਸ਼ਰਾਬ ਨਕਲੀ ਵੇਚੀ ਜਾਂਦੀ ਸੀ। ਦੇਸੀ ਸ਼ਰਾਬ ਨੂੰ ਅੰਗਰੇਜ਼ੀ ਬਣਾ ਕੇ ਵੇਚੀ ਜਾਂਦੇ ਆ। ਮਾੜੀ ਸ਼ਰਾਬ 500 ਦੀ, ਜਿਹੜੀ 50 ਰੁਪਏ ਦੀ ਬਣਦੀ ਉਹਨੂੰ 300 ਦੀ ਵੇਚੀ ਜਾਂਦੇ ਆ, ਕੋਈ 800 ਦੀ, ਕੋਈ 1200 ਦੀ, ਕੋਈ 1800 ਦੀ।
ਕਿਸੇ ਬਾਦਲ ਦਾ ਕੋਈ ਜਵਾਬ ਨਹੀਂ ਆਇਆ। ਤੇ ਆ ਜਿਹੜਾ ਇਹਨਾਂ ਦਾ ਡੱਬੂ ਹੈ, ਜਿਹੜਾ ਚੱਲਦੀ ਰਹਿੰਦੀ ਹੈ, ਉਹਦੀ ਪੱਟੀ ਚੱਲਦੀ ਰਹਿੰਦੀ ਹੈ, ਪੱਟੀ ਜਿਹੜਾ ਬੋਲੀ ਜਾਂਦਾ, ਬੋਲੀ ਜਿਹੜਾ ਹਰਮੰਦਰ ਸਾਹਿਬ ਤੇ ਕਬਜ਼ਾ ਵੀ ਕਰੀ। ਹਰਮੰਦਰ ਸਾਹਿਬ ਸਾਡਾ ਗੁਰੂਆਂ ਦਾ ਜਿਹੜਾ ਸਾਡਾ ਸਥਾਨ ਹੈ, ਉੱਥੇ ਵੀ ਧੱਕੇ ਨਾਲ ਆਪਦੀ ਉਹ ਡੱਬੂ ਆਪਦੀ ਚਲਾ ਰਿਹਾ। ਸੋ ਕਹਿਣ ਦਾ ਭਾਵ ਮੇਰੇ ਕੋਲੇ ਬਾਈ ਜੀ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਹੈ। ਅੱਛਾ, ਗਿੱਦੜਬਾਹ ਦੀ ਗੈਸ ਏਜੰਸੀ, 2 ਗੈਸ ਏਜੰਸੀਆਂ ਮੈਂ ਲੈ ਕੇ ਆਇਆ, ਮੈਂ ਭੁੱਲ ਹੀ ਗਿਆ ਯਾਰ। 8-8 ਘੰਟੇ ਲਾਈਨਾਂ ਲੱਗਦੀਆਂ ਸੀ। ਪੁੱਛ ਲਾ ਗਿੱਦੜਬਾਹ ਵਾਲਿਆਂ ਨੂੰ ਵੀ ਕੌਣ ਲੈ ਕੇ ਆਇਆ ਗੈਸ ਏਜੰਸੀ। ਪੁੱਛ ਗਿੱਦੜਬਾਹ ਸਾਇਰ ਹੇਲਾ ਗੱਡੀ ਤੇ ਨੰਦੇੜ ਸਾਹਿਬ ਜਾਣ ਵਾਲੀ ਗੱਡੀਆਂ, ਉਹ ਵੀ ਆਪਾਂ ਰੁਕਣ ਲਾਈਆਂ। ਆਪਾਂ ਮਤਲਬ ਮੈਂ ਤੇ ਤੁਸੀਂ ਸਾਰੇ ਗਿੱਦੜਬਾਹ ਵਾਲਿਆਂ ਨੇ ਆਪਾਂ ਰੁਕਣ ਲਾਈਆਂ। ਫਿਰ ਬਾਈ ਜੀ ਸਟੇਸ਼ਨ ਬਣਾਇਆ ਮੈਂ 6 ਕਰੋੜ ਰੁਪਏ ਦਾ, ਕਹਿੰਦੇ ਉਦਘਾਟਨ ਕਰਨ ਦਾ। ਇਹ ਉੱਥੇ ਉਦਘਾਟਨ ਕਰਿਆ, ਇਹ ਜਨਤਾ ਤਾਂ ਜਾਣਦੀ ਸੀ। ਸਟੇਸ਼ਨ ਤੇ ਜਾਵੜੇ 6 ਕਰੋੜ ਰੁਪਇਆ ਲਾ ਕੇ ਮੈਂ ਉਹ ਫੁੱਟਓਵਰ ਬ੍ਰਿਜ ਬਣਾਇਆ ਤੇ ਪਰਲੇ ਪਾਸੇ ਪਿੰਡ ਵਾਲੇ ਪਾਸੇ ਪਲੇਟਫਾਰਮ ਬਣਾਇਆ। ਉਹ ਆਪਾਂ ਕੀਤਾ। ਹਜੇ ਮੈਨੂੰ ਕਈ ਗੱਲਾਂ ਯਾਦ ਨਹੀਂ ਹੈ ਮਿੱਤਰੋ, ਇਹ ਤਾਂ ਜਿੰਨੀਆਂ ਕਿ ਮੈਨੂੰ ਯਾਦ ਸੀ ਇਹ ਮੈਂ ਕਰਾਈਆਂ ਜੋ ਮੈਂ ਕਹਿੰਦਾ। ਤੇ ਜੇ ਨਹੀਂ ਕਰਾਈਆਂ ਤਾਂ ਬਾਈ ਦੱਸ ਦੇ, ਪਰ ਮੈਨੂੰ ਖੁਰਕ ਦਾ ਕੋਈ ਇਲਾਜ ਨਹੀਂ ਮੇਰੇ ਕੋਲੇ ਬਾਬਾ ਰਾਮਦੇਵ ਜੀ ਦਾ ਉਹ ਹੈਗਾ, ਤੇ ਜਦੋਂ ਆਖੇ ਬਾਈ ਜੀ ਪਹੁੰਚਾ ਦੂੰਗਾ ਅਕਾਲੀ ਦਲ ਵਾਲਿਆਂ ਨੂੰ, ਕਿਉਂਕਿ ਕਈ ਮੈਨੂੰ ਪਿਆਰ ਕਰਨ ਵਾਲੇ ਬਾਹਲੇ ਲੋਕ ਆ। ਪਤੰਦਰ ਮੇਰੇ ਤੁਹਾਡਾ ਭਰਾ ਤੁਹਾਡੇ ਸਿਰ ਤੇ ਛਾਲਾ ਮਾਰਦਾ, ਇਕੱਲਾ ਜਾਣਾ ਹੈ। ਕਦੇ ਇਧਰੋਂ ਪੈ ਜਾਂਦੇ ਐ, ਕਦੇ ਇਧਰੋਂ ਪੈ ਜਾਂਦੇ ਐ, ਕਈ ਆਪਦੇ ਹੀ ਪੈ ਜਾਂਦੇ। ਉਹਨਾਂ ਨੇ ਆਖਿਆ ਵੀ ਹੁਣ ਨਹੀਂ ਇਹ ਸਾਥੋਂ ਨਹੀਂ ਸਾਂਭਦਾ ਤਾਂ ਤੂੰ ਚੱਲ, ਹੁਣ ਇਹਨੂੰ ਤੂੰ ਸਾਂਭ। ਪਰ ਕੋਈ ਗੱਲ ਨਹੀਂ, ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਸੱਚੇ ਪਾਤਸ਼ਾਹ ਦੀ ਕਿਰਪਾ ਹੋਣੀ ਚਾਹੀਦੀ ਹੈ। ਤੇ ਕੋਈ ਗੱਲ ਨਹੀਂ, ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹ ਵੀ ਤਾਂ ਪੁੱਤਰ ਪਲਦੇ ਹੀ ਹੈ। ਤੇਰੀ ਰਹਿਮਤ ਦੇ ਸਦਕਾ ਬੰਦੇ ਪਾਣੀ ਉੱਤੇ ਚੱਲਦੇ ਵੇਖੇ। ਲੋਕੀ ਕਹਿੰਦੇ ਦਾਲ ਨਾਲ ਗਲਦੀ, ਮੈਂ ਤਾਂ ਪੱਥਰ ਵੀ ਗਲਦੇ ਵੇਖੇ। ਸੋ ਦੋਸਤੋ, ਤੁਹਾਡਾ ਸਾਥ ਤੇ ਪਿਆਰ ਚਾਹੀਦਾ, ਤੁਹਾਡਾ ਸਾਥ ਤੇ ਪਿਆਰ ਵੀ ਚਾਹੀਦੀ ਆ। ਮੈਂ ਅੱਜ ਗਿੱਦੜਬਾਹ ਦੀਆਂ NGOs ਨੂੰ ਸਲੂਟ ਕਰਦਾ ਬਈ, ਉਹ ਬਹੁਤ ਚੰਗਾ ਕੰਮ ਕਰ ਰਹੀ ਹੈ। ਇਹ ਟੀਮ ਵਰਕ ਹੈ ਸਾਰਾ, ਇਕੱਠੇ ਅਸੀਂ ਸਾਰੇ ਇਕੱਠੇ ਰਲ ਕੇ, ਉਹ ਸਾਥ ਮੇਰਾ ਦਿੰਦੇ ਆ, ਮੈਂ ਉਹਨਾਂ ਦਾ ਦਿੰਦਾ, ਰਲ ਕੇ ਕੋਈ ਉਹ ਕੰਮ ਕਰਦੇ। ਇਹ ਇਕੱਲਾ ਬੰਦਾ ਨਹੀਂ ਕੋਈ ਕੰਮ ਕਰ ਸਕਦਾ। ਤੇ ਆਪ ਸਾਨੂੰ ਕਹਿੰਦੇ ਆਪ ਲਿਆਏ 4.5 ਲੱਖ ਰੁਪਏ ਦਾ ਸਮਾਨ, ਅਕਾਲੀ ਦਲ ਵਾਲੇ ਸੁਖਬੀਰ ਸਿੰਘ ਬਾਦਲ ਨੇ ਭੇਜਿਆ 4.5 ਲੱਖ ਰੁਪਏ ਦਾ, ਨਰੇਸ਼ ਕੁਮਾਰ ਗੁਜਰਾਲ। ਤੇ ਉਹਦੀ ਐ ਖਿਲਾਰ ਲੈ ਜਿਵੇਂ ਕਿਸੇ ਦੇ ਵਾਲ ਕਮਲੀ ਦਾ ਵਾਲ ਖਿਲਾਰੇ ਹੁੰਦੇ ਜਿਵੇਂ, ਹਾਂ ਐ ਖਿਲਾਰ ਕੇ ਰੇੜੀ ਲਾ ਲਈ, ਨਮੈਸ਼ ਲਾ ਲਈ 4.5 ਲੱਖ ਰੁਪਏ ਦੀ ਸਮਾਨ। ਤੇ ਮੈਨੂੰ ਕਹਿੰਦੇ ਮੈਂ ਆ ਜਿਹੜੀਆਂ ਗੱਲਾਂ ਕੀਤੀਆਂ, ਜੇ ਮੇਰੀ ਗੱਲ ਗਲਤ ਹੋਵੇ ਤਾਂ ਕਿਰਪਾ ਕਰਕੇ ਦੱਸ ਦਿਓ ਜੋ, ਤੇ ਜਾਂ ਗਿੱਦੜਬਾਹ ਸ਼ਹਿਰ ਦੇ ਲੋਕ ਇਹ ਦੱਸ ਦੇਣ। ਹਜੇ ਪਿੰਡਾਂ ਦੀਆਂ ਨਹੀਂ ਕਰਾਈਆਂ। ਹਾਂ, ਜੇ ਕਈ ਵਾਰੀ ਹੁੰਦਾ ਵੀ ਬੰਦਾ ਕਹਿ ਦਿੰਦਾ ਵੀ ਯਾਰ ਅੱਜ ਕਹਿਣਗੇ ਵੀ ਇਹ ਤਾਂ ਐਵੇਂ ਬਾਈ ਛੇੜ ਲਿਆ, ਆਪਾਂ ਲੈਣਾ ਕੀ ਸੀ। ਹਾਂ, ਤੇ ਪਰ ਜੇ ਤੇਲ ਚਾਹੀਦਾ ਹੋਵੇ ਤਾਂ ਬਾਈ ਮੈਂ ਦਿਆ ਸਕਦਾ, ਬਾਬਾ ਰਾਮਦੇਵ ਜੀ ਦਾ ਤੇਲ। ਠੀਕ ਹੈ, ਸੋ ਧੰਨਵਾਦ ਸਾਰੇ ਭਰਾਵਾਂ ਦਾ। ਅੱਛਾ, ਇੱਕ ਗੱਲ ਹੋਰ ਦੱਸਦਾ ਯਾਰ, ਸੁਣੋ। ਪਿੱਛੇ ਜੇ ਸ਼ਹੀਦ ਹੋ ਗਏ ਸੀ ਅਕਾਲੀ ਦਲ ਸਰਦਾਰ ਗਮਦੂਰ ਸਿੰਘ ਹੁੰਦੇ, ਉਹਨਾਂ ਦੇ ਉੱਥੇ ਬੇਟੇ ਲੁੰਡੇ ਵਾਲੇ, ਤੇ ਅਸੀਂ ਸੰਸਕਾਰ ਤੇ ਵੀ ਗਏ, ਭੋਗ ਤੇ ਵੀ ਗਏ। ਤੇ ਸਾਡੀ ਸਰਕਾਰ ਨੇ, ਜਾਣੀ ਕਿ ਸਰਕਾਰ ਨੇ 11 ਲੱਖ ਰੁਪਏ ਉਹਨਾਂ ਦੀ ਯਾਦਗਾਰ ਵਿੱਚ ਪਾਰਕ ਬਣਾਉਣ ਦੀ ਗੱਲ ਕੀਤੀ, ਤੇ 5 ਲੱਖ ਪਰਿਵਾਰ ਨੂੰ ਨਗਦ ਚੈੱਕ ਉੱਥੇ ਹੀ ਦਿੱਤਾ। ਮੈਂ ਚੁੱਪ ਚਪੀਤੇ ਥੱਲੇ ਫੜਾਤਾ ਉਹਨਾਂ ਨੂੰ, ਉਹਨਾਂ ਦੇ ਹੱਥ 'ਚ, ਵੀ ਐਵੇਂ ਆਪਾਂ ਵਿਖਾਵਾ ਕੀ ਕਰਨਾ। ਸਾਰਾ ਉੱਥੇ 2000 ਬੰਦਾ ਸੀ, ਉਹ ਗਵਾਹ ਇਸ ਗੱਲ ਦਾ। ਸਾਰੇ ਲੋਕ ਉਹਨਾਂ ਨੂੰ ਨਕਮਸਤਕ ਹੋਣ ਗਏ ਸੀ, ਸ਼ਰਧਾਂਜਲੀ ਦੇਣ ਗਏ ਸੀ। ਤੇ ਉੱਥੇ ਮੇਰੇ ਭਰਾ ਵੀ ਪਹੁੰਚ ਗਏ, ਸਾਰਾ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਬਹਿ ਕੇ ਗਿਆ ਉਹਨਾਂ ਦੇ, ਕਹਿੰਦਾ ਬਈ ਆਪਣੀ ਦੇਖੋ ਕਿੰਨੇ ਸਾਲਾਂ ਦੀ ਲਿਹਾਜ਼ ਹੈ, ਹਾਂ ਸਾਡਾ ਪਰਿਵਾਰਕ ਅੰਗ ਸੀ। ਤੇ ਉੱਥੇ ਸੋਲੇ ਗਾਈ ਗਏ ਬਾਈ ਜੀ,
ਤੇ ਉੱਠ ਕੇ ਸ਼ਰਧਾਂਜਲੀ ਦੇਣ ਲੱਗੇ। ਦੇ ਦੂ ਕੇ ਸ਼ਰਧਾਂਜਲੀ ਸਾਰੇ ਪਹਿਲਾਂ ਤਾਂ 3-4 ਬੋਲ ਗਏ ਤੇ ਫਿਰ ਇੱਕ ਬੰਦਾ ਖੜਾ ਹੋਇਆ, ਕਹਿੰਦੇ ਵੀ ਲੱਖ ਰੁਪਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਲੱਖ ਰੁਪਇਆ ਦਿੰਦੀ ਹੈ ਤੇ ਆਓ ਫੋਟੋ ਖਿਚਾ ਲਓ। ਤੇ ਬਾਈ ਜੀ ਚੁੰਡਾਂ ਫੜ ਲੀਆਂ ਚੈੱਕਾਂ ਦੀਆਂ, ਸਾਰੇ ਟੱਬਰ ਨੇ, MLA ਫਲਾਂ ਸਿੰਘ, ਅੱਜ ਜਥੇਦਾਰ ਜੀ, ਆ ਭਤੀਜਾ ਹੈ ਜੀ, ਆ ਮੁੰਡਾ ਹੈ ਜੀ, ਆ ਭਰਾ ਹੈ ਜੀ, ਆ ਜਥੇਦਾਰ ਹੈ ਜੀ। 1 ਲੱਖ ਰੁਪਇਆ ਦਿੱਤਾ ਤੇ ਸ਼੍ਰੋਮਣੀ ਕਮੇਟੀ ਦਾ ਦਿੱਤਾ ਲੁੰਡੇ ਵਾਲੇ ਪਿੰਡ ਦੇ ਵਿੱਚ। ਉਹ ਕਿਹਦਾ ਪੈਸਾ ਸੀ? ਨਕਮਸਤਕ ਹੋਏ ਲੋਕਾਂ ਦਾ ਪੈਸਾ, ਤੁਹਾਡਾ ਪੈਸਾ। ਤੁਸੀਂ ਮੱਥਾ ਟੇਕ ਕੇ ਆਏ, ਸ਼੍ਰੋਮਣੀ ਕਮੇਟੀ ਵਾਲੇ ਜਿੱਥੇ ਜੀ ਕਰਦੇ ਆ ਵੰਡੀ ਜਾਂਦੇ, ਜਿੱਥੇ ਇਹ ਕਹਿੰਦੇ, ਕਿਉਂਕਿ ਇਹਨਾਂ ਨੇ ਪੰਜੀ ਆਪਦੀ ਜੇਬ ਚੋਂ ਤਾਂ ਦੇਣੀ ਨਹੀਂ, 1 ਰੁਪਇਆ ਨਹੀਂ ਦੇਣਾ ਮਾਂ ਦੇ ਸ਼ੇਰਾਂ ਨੇ। ਇਹ ਦੱਸਦੇ ਸੁਖਬੀਰ ਸਿੰਘ ਕਿ ਇਹਨੇ 1 ਰੁਪਇਆ ਕਿਤੇ ਦਿੱਤਾ ਹੋਵੇ ਆਪਦੀ ਜੇਬ ਚੋਂ, ਵੀ ਆ ਮੈਂ ਆਪਦੀ ਕਮਾਈ ਚੋਂ ਦਿੱਤਾ ਹੈ। ਕਿੰਨੂਆਂ ਦੇ ਬਾਗ ਜਿਹੜੇ ਤੜਾਏ, ਜਿਹੜਾ 850 ਕੇ 1000 ਏਕੜ ਹੈ, ਠੀਕ ਹੈ, 1 ਰੁਪਇਆ ਦਿੱਤਾ ਨਹੀਂ। ਮੈਂ ਲੱਖ ਰੁਪਇਆ ਆਪਦੀ ਤਨਖਾਹ ਚੋਂ ਦਿੱਤਾ ਤੇ ਉਹ ਮੈਨੂੰ ਕਹਿੰਦੇ ਫੋਟੋ ਖਿਚਾਓ ਚੈੱਕ। ਮੈਂ ਕਿਹਾ ਵੀ ਫੋਟੋ ਨਹੀਂ ਖਿਚਾਉਣੀ, ਇਹੋ ਜਿਹੇ ਮੌਕੇ ਤੇ ਫੋਟੋ ਖਿਚਾਉਣੀ ਚੰਗੀ ਨਹੀਂ ਲੱਗਦੀ। ਉਹ ਭਲਿਓ ਮਾਨਸੋ, ਮੈਂ ਮਰਗ ਦੇ ਭੋਗ ਤੇ ਜਿੱਥੇ ਮੈਨੂੰ ਲੱਗਦਾ ਮੈਂ ਇੰਨਾ ਕੁਝ ਦਿੱਤਾ ਹੈ, ਉੱਥੇ ਨਹੀਂ ਫੋਟੋ ਖਿਚਾਈ ਤੇ ਤੁਸੀਂ ਉੱਥੇ ਲੱਖ ਰੁਪਏ ਦੀ ਫੋਟੋ ਸਾਰਾ ਟੱਬਰ ਖਿਚਾਉਣ ਲੱਗ ਪਿਆ। ਤੁਹਾਡੇ ਵੀ ਬੰਦੇ ਸੀ, ਸਾਡੇ ਵੀ ਬੰਦੇ ਸੀ, ਜਨਤਾ ਵੀ ਸੀ, ਹੈ ਅਕਾਲੀ ਦਲ ਵਾਲਿਓ। ਤੇ ਮੈਨੂੰ ਕਹਿੰਦੇ ਹੋ ਵੀ ਤੁਸੀਂ ਬਈ ਇਹਨੂੰ ਫੋਟੋ ਖਿਚਾਉਣ ਦਾ ਬਹੁਤ ਸ਼ੌਂਕ ਹੈ ਰਾਜੇ ਵੜਿੰਗ ਨੂੰ। ਰਾਜਾ ਵੜਿੰਗ ਜਿੱਥੇ ਫੋਟੋ ਖਿਚਾਉਣੀ ਹੈ ਤਾਂ ਬਾਈ ਜੀ ਖਿਚਾਉਣੀ ਹੈ। ਹੁਣ ਮੰਡਾ ਉੱਚਾ ਲੰਮਾ ਹੈ, ਠੀਕ ਹੈ, ਤੇ ਉਹਨੇ ਫੋਟੋ ਵੀ ਤਾਂ ਖਿਚਾਉਣੀ ਹੈ। ਹੁਣ ਜਿਹੜਾ ਮੂੰਹ ਨਹੀਂ ਮੱਥਾ ਨਹੀਂ, ਉਹ ਫੋਟੋ ਕੀ ਖਿਚਾਊਗਾ? ਸੋ ਬਾਈ ਦੀ ਗੱਲ ਇਹ ਹੈ, ਇਹ ਜਨਤਾ ਜਾਣਦੀ ਹੈ। ਤੁਸੀਂ ਪੁੱਛ ਲਓ ਭਾਵੇਂ ਜੇ ਮੇਰੀ ਗੱਲ ਗਲਤ ਹੈ ਤਾਂ, ਜਿਹੜੀ ਮੈਂ ਗੱਲ ਕਹਿ ਰਿਹਾ। ਫਿਰ ਅਸੀਂ ਕੋਵਿਡ ਆਇਆ, ਬੇਸ਼ੱਕ ਜੋ ਤਿਲ ਫੁੱਲ ਭੇਟਾ ਸਾਡੇ ਕੋਲੇ ਸੀਗਾ ਉਹ ਅਸੀਂ ਵੰਡਿਆ। ਅਸੀਂ ਇਹ ਨਹੀਂ ਕਿਹਾ ਵੀ ਅਸੀਂ ਲੰਗਰ ਲਾਤਾ ਤੇ ਬੰਦ ਕਰਾਤਾ ਤੇ ਫਲਾਂ ਹੋ ਗਿਆ। ਸਾਡਾ ਕੰਮ ਹੈ ਬਾਈ ਜੀ ਸੇਵਾ ਕਰਨਾ, ਤੇ ਸਾਨੂੰ ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀਂ ਹੈ। ਤੇ ਪਰ ਮੇਰੇ ਕੋਲੇ ਖੁਰਕ ਦਾ ਇਲਾਜ ਕੋਈ ਨਹੀਂ, ਇਹਦਾ ਇਲਾਜ ਬਾਬਾ ਰਾਮਦੇਵ ਜੀ ਦਾ ਤੇਲ ਹੈ। ਮੈਂ ਕਹੂੰਗਾ ਰਾਮਦੇਵ ਜੀ ਮੈਨੂੰ ਜਾਣਦੇ ਵੀ ਹੈ, ਮੈਂ ਰਿਕੁਐਸਟ ਕਰ ਲੂੰਗਾ, ਮੈਂ ਕਹੂੰਗਾ ਜੀ ਥੋੜਾ ਅੱਧੇ ਕੁ ਪੈਸੇ ਦੇ ਦਿੰਦੇ, ਅੱਧੇ ਕਿਉਂਕਿ ਵੰਡਣਾ ਹੈ ਜੀ, ਫ੍ਰੀ ਬੰਦੇ ਜ਼ਿਆਦੇ ਹੈ ਤੇ ਇਹਦੇ ਬਿਨਾ ਤੁਹਾਡੇ ਬਿਨਾ ਹੱਲ ਨਹੀਂ, ਉਹ ਕਰ ਦੇ। ਸੋ ਮੇਰੀ ਬੇਨਤੀ ਆ, ਮੈਨੂੰ ਬਾਈ ਜੀ ਨਾ ਸਿਖਾਇਆ ਕਰੋ ਤੇ ਨਾ ਛੇੜਿਆ ਕਰੋ, ਇਹਦਾ ਗੱਲਾਂ 'ਚ ਕੋਈ ਫਾਇਦਾ ਨਹੀਂਗਾ। ਤੇ ਗੱਲ ਰਹੀ, ਮੈਨੂੰ ਇਹਦੇ ਬਾਰੇ ਦੱਸੋ, ਕੋਈ ਟਿੱਪਣੀ ਕਰੋ ਕਿ ਸ਼ਰਾਬ ਦੀ ਫੈਕਟਰੀ ਕਿਹਦੀ ਸੀ ਤੇ ਹਿੱਸਾ ਕਿਹਦਾ ਸੀ ਤੇ ਕੌਣ ਉਹਦੇ 'ਚ ਮਿਲਿਆ ਵਿਆ ਤੇ ਕਿਹਦੇ ਕਰਕੇ, ਕਿਹੜੀ ਸ਼ੈ ਤੇ ਇਹ ਸ਼ਰਾਬ ਨਕਲੀ ਜਿਹੜੀ ਉੱਥੇ ਬਣਾਈ ਜਾਂਦੀ ਹੈ ਤੇ ਗਾਂ ਵੇਚੀ ਜਾਂਦੀ ਹੈ, ਇਹ ਧੰਦਾ ਕਿਹਦਾ ਹੈ? ਮੇਰੀ ਬੇਨਤੀ ਹੈ, ਇੱਕ ਤਾਂ ਡੱਬੂ ਨੂੰ, ਬਾਦਲ ਸਾਹਿਬ ਹਰਾਂ ਦੇ ਡੱਬੂ ਨੂੰ, ਤੇ ਇੱਕ ਸਾਰੇ ਬਾਦਲ ਵਾਲਿਆਂ ਨੂੰ ਵੀ ਬਾਈ ਦੱਸੋ ਇਹ ਕਿਹਦਾ ਸੀ ਕੰਮ। ਤੇ ਸਰਕਾਰ ਤੋਂ ਵੀ ਮੇਰੀ ਮੰਗ ਹੈ ਵੀ ਭਾਈ ਘੋਖ ਵਿਚਾਰ ਕੇ ਕੱਢ ਕੇ ਲਿਆਓ ਵੀ ਇਹ ਕਰਤੂਤ ਕਿਹਦੀ ਹੈ। ਕਿਸੇ ਦਾ ਕੋਈ ਬਿਆਨ ਨਹੀਂ, 2 ਦਿਨ ਹੋ ਗਏ। ਤੇ ਜੇ ਰਾਜੇ ਵੜਿੰਗ ਦਾ ਕੋਈ ਡੱਬਾ ਫੜਿਆ ਜਾਂਦਾ ਜਾਂ ਗੱਤਾ ਫੜਿਆ ਜਾਂਦਾ, ਇਹਨਾਂ ਨੇ ਕਹਿਣਾ ਰਾਜੇ ਵੜਿੰਗ ਨੇ ਘਰੋਂ ਮਿਲਿਆ ਡੱਬਾ। ਨਸ਼ੇ ਦਾ ਧੰਦਾ ਚਲਾ ਰਹੇ ਸੀ ਰਾਜਾ ਵੜਿੰਗ ਤੇ ਉਹਦੇ ਸਾਥੀ। ਰਾਜੇ ਵੜਿੰਗ ਦੀ ਕਾਰ ਥੱਲੇ ਆ ਕੇ ਮਰ ਗਿਆ ਕੁੱਤਾ, ਬੜਾ ਪਿਆਰਾ ਸੀ, ਇਹਨੇ ਨੇ ਇਹ ਚਲਾਉਣੀ ਸੀਗਾ ਡੱਬੂ ਨੇ। ਸੋ ਡੱਬੂ ਵੀ ਨਾ ਸੁਣਿਆ ਕਰੋ, ਸਾਰਾ ਝੂਠਾਂ ਦਾ ਪ੍ਰਚਾਰ ਡੱਬੂ ਲਾ ਦੱਸ। ਸੋ ਚੰਗਾ, ਫਿਰ ਹੁਣ ਬਾਹਲਾ ਚਿਰ ਹੋ ਗਿਆ ਯਾਰ, ਇੰਨਾ ਲੰਮਾ ਮੇਰੇ ਤੋਂ ਵੀ ਨਹੀਂ ਬੋਲਿਆ ਜਾਂਦਾ। ਸੋ ਤੁਹਾਡਾ ਧੰਨਵਾਦ। ਤੇ ਮੇਰੀ ਬੇਨਤੀ ਹੈ ਆਪਣੇ ਭਰਾਵਾਂ ਨੂੰ, ਕਿਰਪਾ ਕਰਕੇ ਜਿੱਥੇ ਜਿੱਥੇ ਫੇਸਬੁੱਕ ਤੇ ਤੁਹਾਨੂੰ ਮਿਲੇ ਵੀ ਇਹਨਾਂ ਨੂੰ ਉਹ ਤੇਲ ਚਾਹੀਦਾ ਹੈ ਤੇ ਆਪਾਂ ਉਹ ਮੇਰੇ ਵੀਰ ਬਾਬਾ ਰਾਮਦੇਵ ਜੀ ਨੂੰ ਕਹਿ ਕੇ ਮੰਗਾ ਲਾਂਗੇ, ਹੈ ਤੇ ਦੱਸ ਦਿਓ ਜੋ। ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਜਿਉਂਦੇ ਰਹੋ। ਸੋ ਚੜ੍ਹਦੀ ਕਲਾ 'ਚ ਰਹੋ। ਤੇ ਜੇ RTI ਪਾ ਕੇ ਆ ਗੱਲਾਂ ਕਢਾਉਣੀਆਂ ਹੋਈਆਂ ਤਾਂ ਕਿਰਪਾ ਕਰਕੇ RTI ਪਾ ਲਿਓ। ਹਜੇ ਮੈਂ ਪੈਸੇ ਦੀ ਗੱਲ ਨਹੀਂ ਕੀਤੀ ਕਿ ਗਿੱਦੜਬਾਹਾ ਸ਼ਹਿਰ ਤੇ ਕਿੰਨੇ ਲਾਤੇ, ਜਿਹੜੀਆਂ ਸੜਕਾਂ ਚੌੜੀਆਂ, ਗਲੀਆਂ, ਲੋਕ ਟਾਇਲ, ਫਲਾਂ,
80 ਲੱਖ ਦੀਆਂ ਗਲੀਆਂ ਜਿਹੜੀਆਂ ਡੀਏਵੀ ਵੈਸਟ ਸਕੂਲ ਦੇ ਅੱਗੇ ਬਣੀਆਂ, ਇੱਕ ਇੱਕ ਗਲੀ 80 ਲੱਖ ਦੀਆਂ ਕਈ ਬਣੀ। ਸੋ ਮੈਂ ਦੱਸੇ ਨਹੀਂ ਹਜੇ, ਪਰ ਜੇ ਲੋੜ ਪਈ ਤਾਂ ਤੁਸੀਂ ਵੀ ਆਪਦਾ 10 ਸਾਲ ਦਾ ਰਿਕਾਰਡ ਕਢਾ ਲਓ। ਕਹੋ ਸੁਖਬੀਰ ਸਿੰਘ ਬਾਦਲ ਨੂੰ ਲਿਆਵੇ, ਟਰੱਕ ਭਰ ਕੇ ਲਿਆਉਂਗਾ ਪੈਸਿਆਂ ਦਾ। ਕਿੱਥੇ ਟਰੱਕ? ਕੋਈ ਕਾਲਜ ਤੁਸੀਂ ਨਹੀਂ ਬਣਾਇਆ, ਓਏ ਹਸਪਤਾਲ ਤੁਸੀਂ ਨਹੀਂ ਬਣਾਇਆ ਹੈ, ਤੇ 5 ਵਾਰੀ ਮੁੱਖ ਮੰਤਰੀ ਰਹਿ ਗਏ, ਗੱਲਾਂ ਕੀ ਕਰਦੇ ਹੋ? ਆ ਜੱਟ ਦਾ ਪੁੱਤ ਕੱਲਾ MLA ਬਣਿਆ, ਸਭ ਕੁਝ ਬਣਾਤਾ। ਸੰਗਤ ਦਰਸ਼ਨ ਹਜ਼ਾਰਾਂ ਆਰੀ ਕਰਤੇ। ਦੱਸੋ ਕਿਹੜੇ ਪਿੰਡ 'ਚ? ਸਾਰੇ ਪਿੰਡਾਂ ਵਾਲੇ ਜਾਣਦੇ ਆ। ਆਪਦੇ ਦਿਲ ਤੇ ਹੱਥ ਰੱਖ ਕੇ ਕਹਿ ਦਿਓ, ਇੱਕ ਗਲੀ ਨਹੀਂ ਬਣਾਈ ਸੀ ਇਹਨਾਂ ਨੇ ਲੋਕ ਟੈਲ ਵਾਲੀ। ਅੱਜ ਵੇਖ ਲਓ ਪਿੰਡਾਂ ਦਾ ਹਾਲ। ਸੋ ਯਾਰ ਮੈਨੂੰ ਇਹ ਗੱਲਾਂ ਨਾ ਸਿਖਾਓ ਵੀ ਬਾਈ ਜੀ ਕੀ ਹੈ, ਪਰ ਮੇਰੇ ਕੋਲੇ ਹੱਲ ਹੈ ਨਹੀਂ। ਬਾਕੀ ਕੋਈ ਵੱਧ ਘੱਟ ਕਹਿ ਗਿਆ ਹਾਂ ਤਾਂ ਬਾਈ ਖਿਮਾ ਦਾ ਜਾਚਕ ਹੈ, ਮਾਫ ਕਰਿਓ, ਪਰ ਮੇਰੇ ਕੋਲੇ ਹੱਲ ਕੋਈ ਨਹੀਂ। ਮੇਰੇ ਭਰਾਓ, ਐਵੇਂ ਦਵਾਈਆਂ ਖਾਓਗੇ ਇਹਦੇ ਨਾਲ ਪੇਟ ਦਾ ਨੁਕਸਾਨ ਹੁੰਦਾ ਹੈ। ਜੇ ਖੁਰਕ ਤੋਂ ਦਵਾਈ ਖਾਓ ਨਾ ਤੇ ਐਂਟੀਬਾਇਓਟਿਕ ਖਾਓਗੇ ਤਾਂ ਤੁਹਾਡਾ ਵੀਕਨੈਸ ਹੋ ਸਕਦੀ ਹੈ। ਇਸ ਕਰਕੇ ਤੇਲ ਲਾ ਲਓ, ਤੇ ਇਹ ਮੈਂ ਮੰਗਵਾ ਦੂੰਗਾ ਬਾਈ ਜੀ, ਤੇ ਤੁਸੀਂ ਫੇਸਬੁੱਕ ਤੇ ਦੱਸ ਦਿਓ ਜੋ ਵੀ ਕਿੰਨਾ ਕਿੱਥੇ ਪਹੁੰਚਾਉਣਾ ਤੇ ਕਰ ਲਾਂਗੇ। ਸੋ ਧੰਨਵਾਦ, ਗੁੱਡ ਨਾਈਟ ਐਵਰੀਬਾਡੀ, ਸਤਿ ਸ੍ਰੀ ਅਕਾਲ, ਜਿਉਂਦੇ ਰਹੋ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ। ਧੰਨਵਾਦ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।